हेलो एवरीवन। सो आज ਅਸੀਂ ਕੰਟੀਨਿਊ ਕਰ ਰਹੇ ਹਾਂ। ਅਸੀਂ ਚੈਪਟਰ 1 ਕਰ ਰਹੇ 7th ਕਲਾਸ ਦਾ। ਸੋ ਇਸੇ ਚੀਜ਼ ਨੂੰ ਕੰਟੀਨਿਊ ਕਰਦੇ ਹੋਏ ਆਪਾਂ ਇਹ ਦੇਖਾਂਗੇ ਅੱਜ ਕਿ ਪਲਾਂਟਸ ਕਾਰਬਨ ਡਾਈਆਕਸਾਈਡ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜੋ ਭੋਜਨ ਸੰਸਲੇਸ਼ਨ ਦੇ ਵਿੱਚ ਮੀਨਸ ਫੂਡ ਪ੍ਰੋਸੈਸਿੰਗ ਦੇ ਵਿੱਚ ਉਹ ਯੂਜ਼ ਕਰਦੇ ਨੇ। ਸੋ ਤੁਸੀਂ ਹੁਣ ਪੜ੍ਹਿਆ ਕਿ ਪ੍ਰਕਾਸ਼ ਸੰਸਲੇਸ਼ਨ ਪ੍ਰਕਿਰਿਆ ਦੁਆਰਾ ਪੌਦੇ ਕਾਰਬਨ ਡਾਈਆਕਸਾਈਡ ਦਾ ਸੰਸਲੇਸ਼ਨ ਕਰਦੇ ਹਨ। ਕਾਰਬੋਹਾਈਡਰੇਟ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਤੋਂ ਬਣਦੇ ਹਨ। ਸੋ ਇਹਨਾਂ ਦੀ ਵਰਤੋਂ ਭੋਜਨ ਦੇ ਹੋਰ ਘਟਕਾਂ ਦੇ ਸੰਸਲੇਸ਼ਨ ਵਿੱਚ ਹੁੰਦੀ ਹੈ, ਪਰੰਤੂ ਪ੍ਰੋਟੀਨ, ਨਾਈਟ੍ਰੋਜਨ ਪਦਾਰਥ ਜਿਨ੍ਹਾਂ ਵਿੱਚ ਕਾਰਬਨ, ਹਾਈਡਰੋਜਨ, ਆਕਸੀਜਨ ਤੋਂ ਇਲਾਵਾ ਨਾਈਟ੍ਰੋਜਨ ਹੁੰਦੀ ਹੈ, ਉਹ ਕਿੱਥੋਂ ਪ੍ਰਾਪਤ ਹੁੰਦੀ ਹੈ। ਸੋ ਇਸ ਕੁਐਸਚਨ ਦੇ ਵਿੱਚ ਉਹਨਾਂ ਨੇ ਪੁੱਛਿਆ ਹੋਇਆ ਹੈ ਕਿ ਪਲਾਂਟਸ ਵਿੱਚ ਨਾਈਟ੍ਰੋਜਨ ਹੀ ਹੁੰਦੀ ਹੈ, ਜਿੰਨੇ ਵੀ ਪ੍ਰੋਟੀਨਸ ਹੁੰਦੇ ਨੇ ਉਹਦੇ ਵਿੱਚ ਨਾਈਟ੍ਰੋਜਨ ਵੀ ਹੁੰਦੀ ਹੈ। ਸੋ ਪਲਾਂਟਸ ਉਹ ਨਾਈਟ੍ਰੋਜਨ ਕਿੱਥੋਂ ਲੈ ਰਹੇ ਨੇ। ਸੋ ਸਾਨੂੰ ਪਤਾ ਹੈ ਕਿ ਸਾਡੀ ਜਿਹੜੀ ਗੈਸ ਆ, ਹਵਾ ਹੈ, ਉਹਦੇ ਵਿੱਚ ਕੀ ਆ, ਨਾਈਟ੍ਰੋਜਨ ਜਿਹੜੀ ਆ ਉਹ ਬਹੁਤ ਹੈ, ਅਰਾਊਂਡ 71% ਜਿਹੜੀ ਹੈ ਨਾਈਟ੍ਰੋਜਨ ਹੀ ਹੈ। ਪਰ ਜਿਹੜੇ ਪੌਦੇ ਨੇ ਉਹਨੂੰ ਨਹੀਂ ਸੋਖ ਸਕਦੇ। ਕਿਉਂਕਿ ਉਹਨਾਂ ਨੂੰ ਜਿਹੜੀ ਨਾਈਟ੍ਰੋਜਨ ਆ ਉਹ ਗੈਸ ਫਾਰਮ ਦੇ ਵਿੱਚ ਹੁੰਦੀ ਹੈ। ਸੋ ਉਹ ਵਾਸਤੇ ਲਾਭਦਾਇਕ ਨਹੀਂ ਹੁੰਦੀ। ਸੋ ਕੀ ਹੁੰਦਾ ਹੈ ਕਿ ਜਿਹੜੀ ਨਾਈਟ੍ਰੋਜਨ ਗੈਸ ਆ ਉਹਦੇ ਵਿੱਚ ਕੀ ਆ, ਗੈਸੀ ਹੁੰਦੀ ਹੈ ਨਾਈਟ੍ਰੋਜਨ। ਸੋ ਉਸ ਨੂੰ ਲਾਹੇਵੰਦ ਯੋਗਿਕਾਂ ਵਿੱਚ ਪਰਿਵਰਤਨ ਕਰਕੇ, ਯੋਗਿਕਾਂ ਮੀਨਸ ਆਕਸਾਈਡਸ ਵਿੱਚ ਪਰਿਵਰਤਨ ਕਰਕੇ ਮਿੱਟੀ ਵਿੱਚ ਨਿਰਮੁਕਤ ਕਰ ਦਿੰਦੇ ਹਨ। ਇਹ ਕੌਣ ਕਰਦੇ ਨੇ, ਜੀਵਾਣੂ, ਛੋਟੇ ਛੋਟੇ ਜੀਵਾਣੂ ਹੁੰਦੇ ਨੇ। ਸੋ ਤੁਸੀਂ ਦੇਖਿਆ ਹੋਵੇਗਾ ਕਿ ਕਿਸਾਨ ਆਪਣੇ ਖੇਤਾਂ ਵਿੱਚ ਖਾਦ ਪਾਉਂਦੇ ਹਨ ਜਿਨ੍ਹਾਂ ਵਿੱਚ ਨਾਈਟ੍ਰੋਜਨ ਪਦਾਰਥਾਂ ਦੀ ਵੱਡੀ ਮਾਤਰਾ ਹੁੰਦੀ ਹੈ। ਸੋ ਇਸ ਤਰ੍ਹਾਂ ਹੋਰ ਸੰਗਠਕਾਂ ਦੇ ਨਾਲ ਪੌਦਿਆਂ ਦੀ ਨਾਈਟ੍ਰੋਜਨ ਦੀ ਮੰਗ ਪੂਰੀ ਹੋ ਜਾਂਦੀ ਹੈ। ਸੋ ਕਹਿਣ ਦਾ ਮਤਲਬ ਕੀ ਹੈ, ਕਿਉਂਕਿ ਪਲਾਂਟਸ ਜਿਹੜੇ ਉਹ ਆਪਣੇ ਆਪ ਨਾਈਟ੍ਰੋਜਨ ਨਹੀਂ ਲੈ ਸਕਦੇ ਹਵਾ ਦੇ ਵਿੱਚ, ਉਹਨਾਂ ਵਾਸਤੇ ਆਰਗੈਨਿਜ਼ਮਸ ਚਾਹੀਦੇ ਨੇ। ਔਰ ਇਨ ਕੇਸ ਅਗਰ ਆਰਗੈਨਿਜ਼ਮ ਛੋਟੇ ਛੋਟੇ ਜੀਵ ਵੀ ਘੱਟ ਨੇ ਤੇ ਕਿਸਾਨ ਕੀ ਕਰਦੇ ਨੇ ਕਿ ਉਹਨਾਂ ਦੇ ਵਿੱਚ ਜਿਹੜੀ ਆ ਉਹ ਖਾਦ ਪਾ ਦਿੰਦੇ ਨੇ, ਜਿਹਦੇ ਵਿੱਚ ਕੀ ਹੈ, ਨਾਈਟ੍ਰੋਜਨ ਜਿਹੜੀ ਆ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਪੌਦਿਆਂ ਵਿੱਚ ਪੋਸ਼ਣ ਦੀਆਂ ਹੋਰ ਵਿਧੀਆਂ, ਠੀਕ ਹੈ, ਅਦਰ ਮੋਡਸ ਆਫ ਨਿਊਟ੍ਰੀਸ਼ਨ ਇਨ ਪਲਾਂਟਸ। ਇਹਦੇ ਵਿੱਚ ਕੀ ਹੈ ਕਿ ਆਪਾਂ ਕਾਫੀ ਸਾਰੇ ਪਲਾਂਟਸ ਵੇਖਦੇ ਹਾਂ ਜਿਹਦੇ ਵਿੱਚ ਕਲੋਰੋਫਿਲ ਨਹੀਂ ਹੁੰਦੀ। ਅਗਰ ਉਹ ਕਲੋਰੋਫਿਲ ਨਹੀਂ ਹੁੰਦੀ ਤਾਂ ਓਬਵੀਅਸ ਉਹ ਗ੍ਰੀਨ ਕਲਰ ਦੇ ਨਹੀਂ ਹੋਣਗੇ। ਠੀਕ ਹੈ ਜੀ। ਹੁਣ ਉਹ ਗ੍ਰੀਨ ਕਲਰ ਦੇ ਨਹੀਂ ਨੇ ਔਰ ਫੋਟੋਸਿੰਥਸਿਸ ਵਾਸਤੇ, ਪ੍ਰਕਾਸ਼ ਸੰਸਲੇਸ਼ਨ ਵਾਸਤੇ ਜਿਹੜੀ ਕਲੋਰੋਫਿਲ ਹੋਣਾ ਬਹੁਤ ਜ਼ਰੂਰੀ ਹੈ। ਸੋ ਉਹ ਆਪਣਾ ਫੂਡ ਕਿੱਦਾਂ ਬਣਾਉਂਦੇ ਹੋਣਗੇ, ਜਰਾ ਸੋਚਣ ਦੀ ਕੋਸ਼ਿਸ਼ ਕਰੋਗੇ। ਸੋ ਪਹਿਲੀ ਗੱਲ, ਜੋ ਵੀ ਐਸੇ ਆਰਗੈਨਿਜ਼ਮਸ ਹੁੰਦੇ ਨੇ, ਐਸੇ ਪ੍ਰਾਣੀ ਹੁੰਦੇ ਨੇ, ਉਹਨਾਂ ਨੂੰ ਆਪਾਂ ਪਰਪੋਸ਼ੀ ਬੋਲਦੇ ਹਾਂ। ਉਹ ਆਪਣਾ ਭੋਜਨ ਆਪ ਨਹੀਂ ਬਣਾਉਂਦੇ। ਠੀਕ ਹੈ। ਸੋ ਉਹਨਾਂ ਨੂੰ ਪਰਪੋਸ਼ੀ ਬੋਲਦੇ ਹਾਂ। ਐਗਜ਼ਾਮਪਲ ਹੈ ਅਮਰਵੇਲ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਸਕਿਊਟਾ ਵੀ ਬੋਲਦੇ ਹਾਂ। ਸੋ ਇਹ ਹਰੇ ਰੰਗ ਦੇ ਨਹੀਂ ਪੱਤੇ ਹੁੰਦੇ, ਯੈਲੋ ਕਲਰ ਦੇ ਇਹਦੇ ਪੱਤੇ ਹੁੰਦੇ ਨੇ। ਔਰ ਇਹ ਕੀ ਕਰਦਾ ਹੈ, ਇੱਕ ਪਲਾਂਟ ਦੇ ਨਾਲ ਚੰਬੜਿਆ ਹੁੰਦਾ ਹੈ। ਜਿਵੇਂ ਆਹ ਦੇਖੋ, ਇਹਨੇ ਜਾਲ ਸੁੱਟਿਆ ਹੋਇਆ ਹੈ। ਠੀਕ ਹੈ। ਔਰ ਇਹ ਕੀ ਕਰਦਾ ਹੈ, ਇਹ ਇਸ ਪਲਾਂਟ ਦੀ ਨਿਊਟ੍ਰੀਸ਼ਨ ਨੂੰ ਚੂਸਦਾ ਹੈ। ਸੋ ਇਸ ਕਰਕੇ ਇਹ ਜਿਵੇਂ ਪੈਰਾਸਾਈਟ ਹੈ, ਪੈਰਾਸਾਈਟ ਮੀਨਸ ਪਰਜੀਵ ਹੈ। ਇਹ ਕੀ ਕਰ ਰਿਹਾ ਹੈ ਕਿ ਇਸ ਰੁੱਖ ਦੇ ਕੋਲੋਂ ਹੀ ਆਪਣੀ ਜਿਹੜੀ ਪੂਰੀ ਦੀ ਪੂਰੀ ਨਿਊਟ੍ਰੀਸ਼ਨ ਜਿਹੜੀ ਉਹ ਲੈ ਰਿਹਾ ਹੈ। ਠੀਕ ਹੈ। ਸੋ ਕਿਉਂ ਲੈ ਰਿਹਾ ਹੈ, ਕਿਉਂਕਿ ਇਹਦੇ 'ਚ ਆਪਣੀ ਕਲੋਰੋਫਿਲ ਨਹੀਂ ਹੈਗੀ ਤੇ ਆਪਣਾ ਜਿਹੜਾ ਵਾ ਫੂਡ ਸਿੰਥਸਿਸ ਨਹੀਂ ਕਰ ਸਕਦਾ। ਤੁਹਾਨੂੰ ਪਤਾ ਹੈ ਕਿ ਕਈ ਐਸੇ ਵੀ ਪਲਾਂਟਸ ਹੁੰਦੇ ਨੇ ਜਿਹੜੇ ਜੀਵ ਜੰਤੂ ਵੀ ਖਾ ਜਾਂਦੇ ਨੇ। ਯੈਸ, ਐਸੇ ਵੀ ਪਲਾਂਟਸ ਹੁੰਦੇ ਨੇ। ਔਰ ਹੈਰਾਨੀਜਨਕ ਗੱਲ ਇਹ ਹੈ ਕਿ ਜੋ ਕੀਟਾਂ ਨੂੰ ਫੜਦੇ ਹਨ ਉਹਨਾਂ ਨੂੰ ਪਚਾ ਜਾਂਦੇ ਹਨ। ਠੀਕ ਹੈ। ਅਜਿਹੇ ਹੋਰ ਪੌਦੇ ਹਰੇ ਜਾਂ ਕਿਸੇ ਹੋਰ ਰੰਗ ਦੇ ਵੀ ਹੋ ਸਕਦੇ ਨੇ। ਹੁਣ ਆਹ ਪੌਦਾ ਦੇਖੋ, ਲੱਗ ਰਿਹਾ ਨਾ ਕੋਈ ਇੱਕ ਜੱਗ ਵਰਗਾ, ਔਰ ਇਹਦੇ ਉੱਪਰ ਜਿਵੇਂ ਇੱਕ ਢੱਕਣ ਲੱਗਾ ਹੋਵੇ। ਠੀਕ ਹੈ। ਸੋ ਆਹ ਘੜਾ ਜਿਹਾ ਲੱਗ ਰਿਹਾ ਹੈ। ਠੀਕ ਹੈ। ਇਹਨੂੰ ਬੋਲਦੇ ਆਪਾਂ ਪਿਕਚਰ ਪਲਾਂਟ, ਸੁਰਾਹੀ ਵਰਗਾ ਪਲਾਂਟ, ਇਹਦੇ ਫੁੱਲ ਹੁੰਦੇ ਨੇ। ਔਰ ਕੀੜਾ ਜਦੋਂ ਵੀ ਇਹਦੇ ਵਿੱਚ ਚਲਾ ਜਾਂਦਾ ਹੈ, ਇਹ ਢੱਕਣ ਉੱਪਰੋਂ ਬੰਦ ਹੋ ਜਾਂਦਾ ਹੈ। ਇੱਥੇ ਨੀਚੇ ਵਿੱਚ ਕੀ ਹੁੰਦੇ ਕਿ ਛੋਟੇ ਛੋਟੇ ਨਾ ਕੰਡਿਆਂ ਵਰਗੇ ਲੱਗੇ ਹੁੰਦੇ ਨੇ, ਉਹਨਾਂ ਨੂੰ ਬੋਲਦੇ ਆਪਾਂ ਟੈਂਟੇਕਲਸ ਬੋਲਦੇ ਹਾਂ। ਇਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਕੀੜਾ ਉੱਥੇ ਜਾ ਕੇ ਡਿੱਗਦਾ ਹੈ, ਉਹਦੇ ਨਾਲ ਪੈਰਾਲਾਈਜ਼ ਮੀਨਸ ਉਹਦੀਆਂ ਲੱਤਾਂ ਬਾਹਾਂ ਜਿਹੜੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ, ਅੰਤ ਵਿੱਚ ਮਰ ਜਾਂਦਾ ਹੈ। ਔਰ ਇਹ ਪਲਾਂਟ ਜਿਹੜਾ ਉਹਨੂੰ ਡਾਈਜੈਸਟ ਕਰ ਲੈਂਦਾ ਹੈ, ਬਾਅਦ ਵਿੱਚ ਕਾਫੀ ਸਾਰੇ ਐਂਜ਼ਾਈਮਸ ਰਿਲੀਜ਼ ਕਰਦਾ ਹੈ, ਜਿਹਦੇ ਨਾਲ ਕੀ ਆ ਜਿਹੜੇ ਆ
ਕੀੜਾ ਜਿਹੜਾ ਹੈ ਉਹ ਪਚ ਜਾਂਦਾ ਹੈ। ਸੋ ਐਸੇ ਪਲਾਂਟਸ ਨੂੰ ਆਪਾਂ ਬੋਲਦੇ ਹਾਂ ਕੀਟ ਆਹਾਰੀ। ਆਹਾਰੀ ਮੀਨਸ ਫੂਡ, ਕੀਟ ਮੀਨਸ ਕੀੜੇ। ਸੋ ਜਿਹੜੇ ਪਲਾਂਟਸ ਦਾ ਆਹਾਰ ਕੀੜੇ ਹੁਣ ਉਹਨਾਂ ਨੂੰ ਕੀ ਬੋਲਤਾ ਆਪਾਂ, ਕੀਟ ਆਹਾਰੀ ਪਲਾਂਟਸ बोलता। ठीक है। और ਅੱਗੇ ਆ ਰਿਹਾ ਜੀ, ਬੂਜੋ ਕੀ ਪੁੱਛਦਾ, ਪਹਿਲਾਂ ਇਹਨੂੰ ਪੁੱਛ ਲਓ। ਬੂਜੋ ਹੈਰਾਨ ਹੈ ਜੇ ਘੜਾ ਬੂਟੀ ਪੌਦਾ ਹਰਾ ਹੁੰਦਾ ਹੈ, ਪ੍ਰਕਾਸ਼ ਸੰਸਲੇਸ਼ਨ ਕਰਦਾ ਹੈ, ਤਾਂ ਕੀਟਾਂ ਨੂੰ ਕਿਉਂ ਖਾਂਦਾ ਹੈ? ਬੂਜੋ ਕਿਉਂਕਿ ਉਹਨੂੰ ਨਾਈਟ੍ਰੋਜਨ ਮਿਲਦੀ ਹੈ ਕੀਟਾਂ ਤੋਂ। ਠੀਕ ਹੈ। ਮ੍ਰਿਤਕ ਆਹਾਰੀ। ਠੀਕ ਹੈ। ਸੋ ਤੁਸੀਂ ਬਾਜ਼ਾਰਾਂ ਵਿੱਚ ਖੁੰਬਾਂ ਵਿਕਦੀਆਂ ਵੇਖੀਆਂ ਹੋਣਗੀਆਂ ਵਰਖਾ ਦੇ ਦਿਨਾਂ ਵਿੱਚ, ਰੁੱਖਾਂ ਦੇ ਉੱਪਰ ਗਲੀਆਂ ਟੁੱਟੀਆਂ ਟਾਹਣੀਆਂ ਸਾਰਿਆਂ ਦੇ ਉੱਪਰ ਕਹਿੰਦੇ ਤੁਸੀਂ ਇੱਕ ਗੁੱਛੇ ਵਾਂਗੂ ਵੇਖਦੇ ਹਾਂ ਆਪਾਂ ਖੁੰਬਾਂ ਨੂੰ। ਸੋ ਆਓ ਵੇਖੀਏ ਕਿ ਜਿਉਂਦਾ ਰਹਿਣ ਲਈ ਇਹਨਾਂ ਨੂੰ ਕਿਸ ਤਰ੍ਹਾਂ ਦੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਤੇ ਕਿੱਥੋਂ ਪ੍ਰਾਪਤ ਹੁੰਦੇ ਨੇ। ਉਹ ਤੋਂ ਪਹਿਲਾਂ ਇੱਕ ਕਿਰਿਆ ਵੱਲ ਝਾਤੀ ਮਾਰ ਲਈਏ। ਇਹ ਕੀ ਹੈ ਜੀ, ਇੱਕ ਬ੍ਰੈਡ ਹੈ, ਡਬਲ ਰੋਟੀ ਦਾ ਟੁਕੜਾ ਹੈ ਤੇ ਇਹਦੇ ਵਿੱਚ ਆਪਾਂ ਪਾਣੀ ਪਾ ਦਿੱਤਾ ਹੈ। ਠੀਕ ਹੈ। ਸੋ ਇਸ ਨੂੰ ਕਿਸੇ ਸਿੱਲੇ ਅਤੇ ਗਰਮ ਥਾਂ ਤੇ 2-3 ਦਿਨ ਅਸੀਂ ਰੱਖ ਦਿੱਤਾ ਹੈ ਔਰ ਉਸ ਸਮੇਂ ਤੱਕ ਪਿਆ ਰਹਿਣ ਦਿਓ ਜਦੋਂ ਤੱਕ ਉਸ ਵਿੱਚ ਰੂਹ ਵਰਗੇ ਸੰਚਾਰਨ ਨਾ ਵਿਖਾਈ ਦੇਣ ਲੱਗੇ। ਸੋ ਇਹ ਸੰਚਾਰਨ ਚਿੱਟੇ, ਹਰੇ, ਭੂਰੇ ਜਾਂ ਕਿਸੇ ਹੋਰ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਹੋ ਜਾਣਗੇ। ਸੋ ਬੂਝਣਾ ਜਾਣਨਾ ਚਾਹੁੰਦਾ ਹੈ ਕਿ ਇਹ ਜੀਵ ਆਪਣਾ ਭੋਜਨ ਕਿਸ ਤਰ੍ਹਾਂ ਪ੍ਰਾਪਤ ਕਰਦੇ ਨੇ। ਦੱਸਦੇ ਹਾਂ, ਬੂਝੋ ਠਹਿਰ। ਇਹਨਾਂ ਵਿੱਚ ਪ੍ਰਾਣੀਆਂ ਦੇ ਵਾਂਗ ਮੂੰਹ ਨਹੀਂ ਹੁੰਦਾ। ਇਹ ਹਰੇ ਪੌਦਿਆਂ ਦੇ ਵਾਂਗ ਹਰੇ ਨਹੀਂ ਹੁੰਦੇ। ਇਹਨਾਂ ਵਿੱਚ ਕਲੋਰੋਫਿਲ ਵੀ ਨਹੀਂ ਹੁੰਦਾ, ਸੋ ਇਸ ਲਈ ਪ੍ਰਕਾਸ਼ ਸੰਸਲੇਸ਼ਨ ਵੀ ਨਹੀਂ ਕਰ ਸਕਦੇ। ਸੋ ਵਰਦਰਸ਼ੀ ਲੈਂਸ ਜਾਂ ਸੂਖਮਦਰਸ਼ੀ ਦੀ ਮਦਦ ਨਾਲ ਇਹਨਾਂ ਨੂੰ ਮਤਲਬ ਇੰਨੇ ਕੁ ਛੋਟੇ ਹੁੰਦੇ ਨੇ ਕਿ ਆਪਾਂ ਇਹਨਾਂ ਨੂੰ ਨਹੀਂ ਦੇਖ ਸਕਦੇ। ਸਾਨੂੰ ਇਹ ਰੂੰ ਵਰਗੇ ਦੇਖਦੇ ਨੇ। ਅਗਰ ਆਪਾਂ ਇਹਨਾਂ ਨੂੰ ਮਾਈਕਰੋਸਕੋਪ ਦੇ ਅੰਡਰ ਵੇਖਾਂਗੇ ਉਦੋਂ ਹੀ ਆਪਾਂ ਇਹਨਾਂ ਨੂੰ ਦੇਖ ਸਕਦੇ ਹਾਂ। ਇਹਨਾਂ ਰੂੰ ਦੇ ਧਾਗਿਆਂ ਵਰਗੀਆਂ ਇਹਨਾਂ ਦੀਆਂ ਸੰਰਚਨਾਵਾਂ ਹੁੰਦੀਆਂ ਨੇ। ਸੋ ਇਹ ਜੀਵ ਉੱਲੀ ਅਖਵਾਉਂਦੇ ਨੇ। ਉੱਲੀ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ। ਠੀਕ ਹੈ। ਔਰ ਜਦੋਂ ਉੱਲੀ ਕੀ ਕਰਦੀ ਹੈ, ਉੱਲੀ ਹੈ ਕੀ, ਉੱਲੀ ਹਮੇਸ਼ਾ ਡਿਕੇਇੰਗ ਚੀਜ਼, ਜਿਹੜੀ ਚੀਜ਼ ਸੜ ਰਹੀ ਹੁੰਦੀ ਹੈ, ਗਲ ਰਹੀ ਹੁੰਦੀ ਹੈ, ਉਹਨੂੰ ਲੱਗਦੀ ਹੈ। ਸੋ ਕਹਿੰਦੇ ਜਿਹੜੀਆਂ ਵਿਘਨਕਾਰੀ ਵਸਤੂਆਂ ਹੁੰਦੀਆਂ ਨੇ, ਜਿਹੜੀਆਂ ਸੜਨ ਵਾਲੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਕੀ ਹੈ, ਛੋਟੇ ਛੋਟੇ ਜਿਹੜੇ ਜੀਵ ਹੈ ਉਹਨਾਂ ਦੇ ਉੱਪਰ ਉੱਗਣਾ ਸਟਾਰਟ ਕਰ ਦਿੰਦੇ ਨੇ ਤੇ ਉਹ ਪਾਚਕ ਰਸ ਮੀਨਸ ਐਂਜ਼ਾਈਮ, ਡਾਈਜੈਸਟਿਵ ਐਂਜ਼ਾਈਮਸ, ਉਹਨਾਂ ਨੂੰ ਰਿਲੀਜ਼ ਕਰ ਦਿੰਦੇ ਨੇ। ਜਦੋਂ ਪਾਚਕ ਰਸ ਉਹਨਾਂ ਦੇ ਉੱਪਰ ਰਿਲੀਜ਼ ਹੋ ਜਾਂਦੇ ਨੇ, ਉਹ ਚੀਜ਼ਾਂ ਜਿਵੇਂ ਬ੍ਰੈਡ ਹੋ ਗਏ ਜਾਂ ਕੋਈ ਵੀ ਲੱਕੜ ਸੜਦੀ ਪਈ ਹੈ ਜਾਂ ਕੁਛ ਵੀ ਜਿਹੜੀ ਚੀਜ਼ ਗਲ ਰਹੀ ਹੈ ਉਹਦੇ ਉੱਪਰ ਗਰੋ ਕਰ ਜਾਂਦੇ ਤੇ ਉਹ ਕੀ ਹੈ, ਐਂਜ਼ਾਈਮਸ ਉਹਨਾਂ ਨੂੰ ਘੋਲਣਾ ਸਟਾਰਟ ਕਰ ਦਿੰਦੇ ਨੇ। ਉਹ ਘੁਲਣਾ ਸਟਾਰਟ ਕਰ ਦਿੰਦੇ ਨੇ ਔਰ ਉਹ ਕੀ ਆ, ਉਹਨਾਂ ਨੂੰ ਸੋਖਣਾ ਸਟਾਰਟ ਕਰ ਦਿੰਦੇ ਜਿਹੜੇ ਜੀਵ ਹੁੰਦੇ ਨੇ। ਸੋ ਇਸ ਤਰ੍ਹਾਂ ਦੀ ਪ੍ਰਣਾਲੀ ਪੋਸ਼ਣ ਨੂੰ, ਜਿਸ ਵਿੱਚ ਜੀਵ ਕਿਸੇ ਮ੍ਰਿਤ ਜਾਂ ਵਿਘਟਿਤ ਜੈਵਿਕ ਪਦਾਰਥਾਂ ਤੋਂ ਪੋਸ਼ਕ ਤੱਤ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਬੋਲਦੇ ਆਪਾਂ ਸੈਪਰੋਫਾਈਟ। ਸੈਪਰੋਫਾਈਟ ਦਾ ਮਤਲਬ ਕੀ ਆ, ਜਾਂ ਮ੍ਰਿਤ ਜੀਵੀ ਪੋਸ਼ਣ। ਸੈਪਰੋਫਾਈਟ ਦਾ ਮਤਲਬ ਕੀ ਹੈ ਜਾਂ ਮ੍ਰਿਤ ਜੀਵੀ ਪੋਸ਼ਣ ਦਾ ਮਤਲਬ ਕੀ ਹੈ ਕਿ ਜੋ ਵੀ ਚੀਜ਼ਾਂ ਮਰੀਆਂ ਨੇ, ਚਾਹੇ ਕੋਈ ਜਾਨਵਰ ਹੈ, ਚਾਹੇ ਕੋਈ ਪਲਾਂਟ ਹੈ ਜਾਂ ਕੋਈ ਖਾਣ ਵਾਲੀ ਚੀਜ਼ ਜਿਹੜੀ ਗਲ ਰਹੀ ਹੈ, ਉਹ ਤੇ ਆਪਣੇ ਆਪ ਉੱਲੀ ਲੱਗ ਜਾਂਦੀ ਹੈ। ਠੀਕ ਹੈ। ਆਪਣੇ ਆਪ ਕਿਵੇਂ ਲੱਗ ਜਾਂਦੀ ਹੈ, ਕਿਉਂਕਿ ਉਹ ਡਿਕੇ ਹੋ ਰਹੇ ਹੁੰਦੇ ਨੇ ਔਰ ਮਾਈਕਰੋ ਆਰਗੈਨਿਜ਼ਮ ਸਾਡੀ ਹਵਾ ਦੇ ਵਿੱਚ ਹੀ ਹੁੰਦੇ ਨੇ, ਉੱਥੇ ਲੱਗ ਜਾਂਦੇ ਨੇ। ਉਸ ਤੋਂ ਬਾਅਦ ਆਪਣੇ ਜਿਹੜੇ ਪਾਚਕ ਰਸ ਉਹਨਾਂ ਨੂੰ ਰਿਲੀਜ਼ ਕਰਦੇ ਨੇ, ਛੱਡਦੇ ਨੇ ਔਰ ਕੀ ਐਂਡ ਤੇ ਉਹ ਸਾਰੀ ਚੀਜ਼ ਨੂੰ ਹੌਲੀ ਹੌਲੀ ਖਾ ਲੈਂਦੇ ਨੇ। ਉੱਲੀ ਹੋ ਗਿਆ, ਉੱਲੀ ਅਚਾਰ, ਚਮੜੇ, ਕੱਪੜੇ ਅਤੇ ਹੋਰ ਪਦਾਰਥਾਂ ਉੱਤੇ ਉੱਗਦੇ ਹਨ ਅਤੇ ਉਹਨਾਂ ਥਾਵਾਂ ਤੇ ਉੱਗਦੇ ਹਨ ਜਿੱਥੇ ਸਿੱਲ ਅਤੇ ਗਰਮ ਹੋਣ। ਉੱਲੀ ਦੇ ਵਾਧੇ ਲਈ ਵਰਖਾ ਰੁੱਤ ਸਭ ਤੋਂ ਵਧੀਆ ਅਵਸਥਾਵਾਂ ਪ੍ਰਦਾਨ ਕਰਦੀ ਹੈ ਅਤੇ ਇਸ ਕਾਰਨ ਵਰਖਾ ਰੁੱਤ ਦੌਰਾਨ ਅਨੇਕ ਅਵਸਥਾਵਾਂ ਵਿੱਚ ਉੱਲੀ ਦੇ ਵਾਧੇ ਦੇ ਕਾਰਨ ਨਸ਼ਟ ਜਾਂ ਅਣਉਪਯੋਗੀ ਹੋ ਜਾਂਦੀਆਂ ਹਨ। ਸੋ ਆਪਣੇ ਅਧਿਆਪਕਾਂ ਨਾਲ ਉੱਲੀ ਦੁਆਰਾ ਹੋਣ ਵਾਲੇ ਨੁਕਸਾਨ ਤੇ ਚਰਚਾ ਕਰੋ। ਸੋ ਉੱਲੀ ਕੀ ਕਰਦੀ ਹੈ, ਸਾਡੀ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਗਲ ਜਾਂਦੀਆਂ ਨੇ, ਉਸ ਦੇ ਨਾਲ ਸੜ ਜਾਂਦੀਆਂ ਨੇ। ਸੋ ਇਸ ਕਰਕੇ ਉੱਲੀ ਤੋਂ ਬਚਣ ਲਈ ਆਪਾਂ ਨੂੰ ਕੀ ਕਰਨਾ ਪਊਗਾ, ਸਿਰਫ ਔਰ ਸਿਰਫ ਜੋ ਵੀ ਵਸਤੂ ਆਪਾਂ ਸਟੋਰ ਕਰਨਾ ਚਾਹੁੰਦੇ ਹਾਂ ਉਹਨੂੰ ਕੀ ਕਰੋ, ਧੁੱਪ ਲਗਾਓ ਉਹਨੂੰ ਜ਼ਿਆਦਾ ਤੋਂ ਜ਼ਿਆਦਾ। ਰੀਜ਼ਨ ਕੀ ਹੈ, ਕਿਉਂਕਿ ਉੱਲੀ ਨੂੰ ਉੱਗਣ ਦੇ ਲਈ ਨਮੀ ਤੇ ਗਰਮ ਅਵਸਥਾ ਚਾਹੀਦੀ ਹੈ। ਸੋ ਅਗਰ ਆਪਾਂ ਨਮੀ ਖਤਮ ਕਰ ਦੇਵਾਂਗੇ ਤਾਂ ਓਬਵੀਅਸ ਫਿਰ ਉੱਲੀ ਜਿਹੜੀ ਆ ਉਹ
ਨਹੀਂ ਲੱਗੂਗੀ। ਠੀਕ ਹੈ ਜੀ। ਸੋ ਆਮ ਤੌਰ ਤੇ ਉੱਲੀ ਤੇ ਬੀਜਾਣੂ ਹਵਾ ਵਿੱਚ ਮੌਜੂਦ ਹੁੰਦੇ ਨੇ। ਤੋ ਇਹ ਕੀ ਕਰਦੇ ਨੇ ਕਿ ਜਦੋਂ ਵੀ ਕਿਸੇ ਚੀਜ਼ ਤੇ ਡਿੱਗਦੇ ਨੇ, ਅਗਰ ਉਹ ਸਿੱਲਾ ਹੋਵੇ ਤੇ ਗਰਮ ਹੋਵੇ ਤੇ ਉੱਥੇ ਪੁੰਗਰ ਜਾਂਦੇ ਨੇ ਤੇ ਨਵੀਂ ਉੱਲੀ ਨੂੰ ਜਨਮ ਦਿੰਦੇ ਨੇ। ਕੀ ਹੁਣ ਤੁਸੀਂ ਦੱਸ ਸਕਦੇ ਹੋ ਕਿ ਅਸੀਂ ਆਪਣੀਆਂ ਵਸਤੂਆਂ ਨੂੰ ਉੱਲੀ ਦੁਆਰਾ ਖਰਾਬ ਹੋਣ ਤੋਂ ਕਿਸ ਤਰ੍ਹਾਂ ਬਚਾ ਸਕਦੇ ਹਾਂ? ਠੀਕ ਹੈ। ਸੋ ਕੁਝ ਜੀਵ ਇੱਕ ਦੂਜੇ ਦੇ ਨਾਲ ਰਹਿੰਦੇ ਹਨ ਅਤੇ ਆਪਣਾ ਆਸਰਾ ਅਤੇ ਪੋਸ਼ਕ ਤੱਕ ਇੱਕ ਦੂਜੇ ਦੇ ਨਾਲ ਵੰਡਦੇ ਹਨ। ਇਹਨਾਂ ਨੂੰ ਸਹਿਜੀਵੀ ਸੰਬੰਧ ਕਹਿੰਦੇ ਨੇ। ਕੁਝ ਪਲਾਂਟਸ ਹੁੰਦੇ ਨੇ ਜੋ ਇੱਕ ਦੂਜੇ ਪਲਾਂਟਸ ਦੇ ਉੱਪਰ ਡਿਪੈਂਡ ਕਰਦੇ ਨੇ। ਠੀਕ ਹੈ। ਹੁਣ ਉਦਾਹਰਨ ਵਜੋਂ ਕੁਝ ਉੱਲੀ ਰੁੱਖਾਂ ਦੀਆਂ ਜੜ੍ਹਾਂ ਵਿੱਚ ਰਹਿੰਦੀ ਹੈ ਅਤੇ ਰੁੱਖ ਉੱਲੀ ਨੂੰ ਪੋਸ਼ਣ ਪ੍ਰਦਾਨ ਕਰਦੇ ਨੇ ਅਤੇ ਬਦਲੇ ਵਿੱਚ ਉੱਲੀ ਉਹਨਾਂ ਲਈ ਭੂਮੀ ਵਿੱਚ ਖਾਦਾਂ ਅਤੇ ਰੇਹ ਮਿਲਾਉਣ ਦੀ ਜ਼ਰੂਰਤ ਕੀ ਕਰਦੇ ਆ ਕਿ ਜਿਹੜੀ ਰੁੱਖ ਨੇ ਉਹਨਾਂ ਨੂੰ ਕੀ ਕਰਦੇ ਨੇ, ਪੋਸ਼ਣ ਪ੍ਰਦਾਨ ਕਰਦੇ ਨੇ ਤੇ ਉੱਲੀ ਕੀ ਕਰਦੀ ਹੈ, ਪਾਣੀ ਸੋਖਣ ਵਿੱਚ ਮਦਦਗਾਰ ਹੁੰਦੀ ਹੈ। ਸੋ ਲਾਈਕਨ ਇਹਨਾਂ ਨੂੰ ਲਾਈਕਨਸ ਵੀ ਬੋਲਦੇ ਹਾਂ ਆਪਾਂ। ਲਾਈਕਨ ਕਹੇ ਜਾਣ ਵਾਲੇ ਕੁਝ ਅਜਿਹੇ ਸੰਜੀਵ ਵਿੱਚ ਦੋ ਹਿੱਸੇਦਾਰ ਹੁੰਦੇ ਹਨ, ਜਿਸ ਵਿੱਚ ਇੱਕ ਇਕਾਈ ਹੁੰਦੀ ਹੈ ਤੇ ਦੂਜੀ ਉੱਲੀ ਹੁੰਦੀ ਹੈ। ਇੱਕ ਕਾਈ ਹੁੰਦੀ ਹੈ, ਦੂਜੀ ਉੱਲੀ ਹੁੰਦੀ ਹੈ। ਕਾਈ ਵਿੱਚ ਕਲੋਰੋਫਿਲ ਮੌਜੂਦ ਹੁੰਦਾ। ਕਾਈ ਅਸੀਂ ਬੋਲਦੇ ਹਾਂ ਐਲਗੇ ਨੂੰ। ਜਿਹੜਾ ਆਪਾਂ ਪਾਣੀ ਦੇਖੀਏ ਤਾਂ ਪਾਣੀ ਵਿੱਚ ਛੱਪੜ ਜਾਂ ਕੋਈ ਵੀ ਵਾਟਰ ਬੋਡੀ ਦੀ ਗੱਲ ਕਰਦੇ ਹਾਂ, ਹਰਾ ਹਰਾ ਕੁਛ ਜੰਮ ਜਾਂਦਾ ਹੈ, ਉਹ ਕਾਈ ਹੁੰਦੀ ਹੈ। ਸੋ ਕਾਈ ਦੇ ਵਿੱਚ ਕਲੋਰੋਫਿਲ ਹੁੰਦਾ ਹੈ ਤੇ ਉੱਲੀ ਵਿੱਚ ਕਲੋਰੋਫਿਲ ਨਹੀਂ ਹੁੰਦਾ। ਸੋ ਉੱਲੀ ਕਾਈ ਨੂੰ ਰਹਿਣ ਲਈ ਥਾਂ, ਪਾਣੀ ਅਤੇ ਪੋਸ਼ਕ ਤੱਤ ਉਪਲਬਧ ਕਰਵਾਉਂਦੀ ਹੈ ਅਤੇ ਬਦਲੇ ਵਿੱਚ ਕਈ ਪ੍ਰਕਾਸ਼ ਸੰਸਲੇਸ਼ਨ ਦੁਆਰਾ ਬਣਾਇਆ ਭੋਜਨ ਉੱਲੀ ਨੂੰ ਦਿੰਦੀ ਹੈ। ਸੋ ਇਸ ਤਰੀਕੇ ਦੇ ਨਾਲ ਦੋ ਪਲਾਂਟ ਇੱਕ ਦੂਜੇ ਲਈ ਬਹੁਤ ਜ਼ਰੂਰੀ ਨੇ। ਠੀਕ ਹੈ। ਨਾ ਕਾਈ ਉੱਲੀ ਤੋਂ ਬਗੈਰ ਰਹਿ ਸਕਦੀ ਹੈ ਔਰ ਨਾ ਹੀ ਉੱਲੀ ਕਾਈ ਤੋਂ ਬਗੈਰ ਰਹਿ ਸਕਦੀ ਹੈ। ਸੋ ਇਹ ਐਸੋਸੀਏਸ਼ਨ ਹੁੰਦੀ ਹੈ ਇੱਕ। ਉਸ ਤੋਂ ਅੱਗੇ ਅਸੀਂ ਪੜ੍ਹ ਰਹੇ ਹਾਂ ਕਿ ਮਿੱਟੀ ਵਿੱਚ ਪੋਸ਼ਕ ਦੀ ਦੁਬਾਰਾ ਪੂਰਤੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਠੀਕ ਹੈ। ਕਿਸ ਤਰ੍ਹਾਂ ਹੁੰਦੀ ਹੈ। ਸੋ ਹੁਣ ਕਹਿੰਦੇ ਕਿ ਆਪਾਂ ਦੇਖਦੇ ਹਾਂ ਕਿ ਕੋਈ ਵੀ ਪਲਾਂਟ ਹੈ, ਕੋਈ ਵੀ ਜਾਨਵਰ ਹੈ, ਅਗਰ ਉਹ ਮਰ ਜਾਂਦਾ ਹੈ, ਉਹ ਕੁਝ ਸਮੇਂ ਬਾਅਦ ਗਲਣ ਸੜਨ ਤੋਂ ਬਾਅਦ ਪਲਾਂਟ ਸੋਇਲ ਦੇ ਵਿੱਚ ਹੀ ਰਲ ਜਾਂਦਾ ਹੈ, ਕਿਉਂਕਿ ਸਾਰੇ ਆਰਗੈਨਿਜ਼ਮਸ ਕਿੱਥੋਂ ਬਣੇ ਨੇ, ਨੇਚਰ ਤੋਂ ਹੀ ਬਣੇ ਨੇ, 5 ਐਲੀਮੈਂਟਸ ਤੋਂ ਹੀ ਬਣੇ ਨੇ। ਸੋ ਜਦੋਂ ਕੋਈ ਵੀ ਜਾਨਵਰ, ਕੋਈ ਵੀ ਇਨਸਾਨ, ਰੁੱਖ ਦੀ ਗੱਲ ਕਰ ਲਓ ਜਾਂ ਕਿਸੇ ਪੌਦੇ ਦੀ ਗੱਲ ਕਰ ਲਓ, ਉਹ ਮਰਨ ਤੋਂ ਬਾਅਦ ਕੀ ਹੁੰਦਾ ਹੈ, ਉੱਥੇ ਹੀ ਸੜ ਜਾਂਦਾ ਹੈ। ਸੋ ਇਸ ਤਰੀਕੇ ਨਾਲ ਜਦੋਂ ਸੜ ਜਾਂਦਾ ਹੈ, ਗਲ ਸੜ ਜਾਂਦਾ ਹੈ, ਉਹ ਸਾਰੇ ਦੇ ਸਾਰੇ ਨਿਊਟਰੀਐਂਟਸ ਜਿਹੜੇ ਉਹਦੇ ਵਿੱਚ ਹੁੰਦੇ ਨੇ, ਜਿਹੜੇ ਪੋਸ਼ਕ ਤੱਤ ਹੁੰਦੇ ਨੇ, ਦੁਬਾਰਾ ਮਿੱਟੀ ਦੇ ਵਿੱਚ ਮਿਲ ਜਾਂਦੇ ਨੇ। ਠੀਕ ਹੈ। ਸੋ ਇੱਦਾਂ ਇਸ ਕਰਨ ਦੇ ਨਾਲ ਫਿਰ ਕਹਿੰਦੇ ਕੀ ਆ ਕਿ ਜਿਹੜੀ ਉਹਦੀ ਮਿੱਟੀ ਦੀ ਸਾਰੀ ਪੂਰਤੀ ਜਿਹੜੀ ਆ ਉਹ ਹੋ ਜਾਂਦੀ ਹੈ। ਕਿ ਤੁਸੀਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਜਾਂ ਮਾਲੀ ਨੂੰ ਆਪਣੇ ਬਗੀਚੇ ਵਿੱਚ ਲਾਉਣ ਦੇ ਵਿੱਚ ਗਮਲਿਆਂ ਵਿੱਚ ਖਾਦ ਜਾਂ ਰੇਹ ਪਾਉਂਦਾ ਵੇਖਿਆ ਹੋਊਗਾ। ਕਿ ਤੁਸੀਂ ਜਾਣਦੇ ਹੋ ਕਿ ਇਹਨਾਂ ਨੂੰ ਮਿੱਟੀ ਵਿੱਚ ਕਿਉਂ ਮਿਲਾਉਂਦੇ ਹਨ? ਤੁਸੀਂ ਪੜ੍ਹ ਚੁੱਕੇ ਹੋ ਮਿੱਟੀ ਕਿ ਪੌਦੇ ਮਿੱਟੀ ਤੋਂ ਖਣਿਜ ਪੋਸ਼ਕ ਤੱਤ ਸੋਖਦੇ ਹਨ, ਇਸ ਲਈ ਮਿੱਟੀ ਵਿੱਚ ਇਹਨਾਂ ਦੀ ਮਾਤਰਾ ਲਗਾਤਾਰ ਘੱਟ ਹੁੰਦੀ ਜਾਂਦੀ ਹੈ। ਸੋ ਖਾਦ ਅਤੇ ਰੇਹ ਵਿੱਚ ਨਾਈਟ੍ਰੋਜਨ, ਪੌਦਿਆਂ ਲਈ ਨਾਈਟ੍ਰੋਜਨ, ਪੋਟਾਸ਼ੀਅਮ, ਫਾਸਫੋਰਸ ਵਰਗੀਆਂ ਜ਼ਰੂਰਤ ਪੋਸ਼ਕ ਹੁੰਦੇ ਹਨ। ਪੌਦਿਆਂ ਦੁਆਰਾ ਲਗਾਤਾਰ ਵਰਤੋਂ ਕੀਤੇ ਜਾਣ ਦੇ ਕਾਰਨ ਮਿੱਟੀ ਵਿੱਚ ਉਹਨਾਂ ਦੀ ਮਾਤਰਾ ਹੌਲੀ ਹੌਲੀ ਘੱਟ ਜਾਂਦੀ ਹੈ। ਸੋ ਹੁਣ ਇਹਨਾਂ ਨੂੰ ਘਟੀ ਮਾਤਰਾ ਨੂੰ ਅਸੀਂ ਪੂਰਾ ਕਰਨਾ ਹੈ। ਉਹ ਕਿਵੇਂ ਕਰਨਾ ਹੈ ਜੀ? ਖਾਦ ਪਾ ਕੇ ਜਾਂ ਰੇਹ ਪਾ ਕੇ। ਜੇ ਸਾਨੂੰ ਪੌਦਿਆਂ ਦੇ ਪੋਸ਼ਣ ਦੀ ਜ਼ਰੂਰਤ ਬਾਰੇ ਗਿਆਨ ਹੋਵੇ ਤਾਂ ਅਸੀਂ ਨਾ ਸਿਰਫ ਪੌਦਿਆਂ ਨੂੰ ਉਗਾ ਸਕਦੇ ਹਾਂ, ਉਹਨਾਂ ਨੂੰ ਤੰਦਰੁਸਤ ਵੀ ਰੱਖ ਸਕਦੇ ਹਾਂ। ਪੌਦਿਆਂ ਨੂੰ ਪ੍ਰੋਟੀਨ ਬਣਾਉਣ ਲਈ ਆਮ ਤੌਰ 'ਤੇ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਹੈ। ਸੋ ਫਸਲ ਕਟਾਈ ਤੋਂ ਬਾਅਦ ਮਿੱਟੀ ਵਿੱਚ ਨਾਈਟ੍ਰੋਜਨ ਦੀ ਕਮੀ ਹੋ ਜਾਂਦੀ ਹੈ। ਭਾਵੇਂ ਹਵਾ ਵਿੱਚ ਨਾਈਟ੍ਰੋਜਨ ਬਹੁਤ ਵੱਡੀ ਮਾਤਰਾ ਦੇ ਵਿੱਚ ਹੈ, ਪਰ ਪੌਦੇ ਉਹਨੂੰ ਸੋਖਣ ਵਿੱਚ ਅਸਮਰੱਥ ਹਨ। ਠੀਕ ਹੈ। ਪੌਦੇ ਨਾਈਟ੍ਰੋਜਨ ਨੂੰ ਘੋਲ ਰੂਪ ਵਿੱਚ ਹੀ ਸੋਖ ਕਰ ਸਕਦੇ ਹਨ ਅਤੇ ਕੁਝ ਜੀਵਾਣੂ ਜੋ ਜਿਵੇਂ ਰਾਈਜ਼ੋਬੀਅਮ, ਇਹਦਾ ਨਾਮ ਬਹੁਤ ਇੰਪੋਰਟੈਂਟ ਹੈ, ਨਾਮ ਯਾਦ ਕਰ ਲੈਣਾ ਇਹਦਾ। ਇਹ ਵਾਯੂਮੰਡਲ ਦੀ ਨਾਈਟ੍ਰੋਜਨ ਨੂੰ ਘੋਲ ਵਿੱਚ ਪਰਿਵਰਤਿਤ ਕਰ ਦਿੰਦੇ ਹਨ, ਪਰੰਤੂ ਰਾਈਜ਼ੋਬੀਅਮ ਆਪਣਾ ਭੋਜਨ ਖੁਦ ਨਹੀਂ ਬਣਾ ਸਕਦਾ। ਇਹ ਛੋਲੇ, ਮਟਰ, ਮੂੰਗੀ, ਸੇਮ ਅਤੇ ਹੋਰ ਫਲਦਾਰ ਪੌਦਿਆਂ ਦੀ ਜੜ੍ਹਾਂ ਦੇ ਵਿੱਚ ਰਹਿੰਦੇ ਨੇ। ਸੋ ਉੱਥੇ ਨਾਈਟ੍ਰੋਜਨ ਸਪਲਾਈ ਕਰਦੇ ਨੇ ਤੇ ਦਾਲਾਂ ਫਲਦਾਰ ਪੌਦਿਆਂ ਨੂੰ ਵਧੇਰੇ ਦਾਲਾਂ ਫਲੀਦਾਰ ਪੌਦਿਆਂ ਤੋਂ ਪ੍ਰਾਪਤ ਹੁੰਦੀਆਂ ਹਨ। ਸੋ ਇਸ ਲਈ ਬਦਲੇ ਦੇ ਮੌਕੇ ਰਾਈਜ਼ੋਬੀਅਮ ਜੀਵਾਣੂ ਨੂੰ ਆਸਰਾ ਅਤੇ ਭੋਜਨ ਪ੍ਰਦਾਨ ਕਰਦੇ ਹਨ। ਇਸ ਲਈ ਉਹਨਾਂ ਵਿੱਚ ਸਹਿਜੀਵੀ ਸੰਬੰਧ ਆ ਗਿਆ। ਇੱਕ ਹੋਰ ਐਗਜ਼ਾਮਪਲ ਮਿਲ ਗਈ ਨਾ, ਇੱਕ ਲਾਈਕਨ ਤੇ ਕਾਹੀ ਦੀ ਹੀਗੀ, ਹੁਣ ਇੱਕ ਸਾਨੂੰ ਇਹ ਵੀ ਮਿਲ ਗਈ ਹੈ। ਉਸ ਤੋਂ ਬਾਅਦ ਕੀ ਆ ਗਿਆ ਸਾਡਾ, ਦਾਲਾਂ ਦੀਆਂ ਫਸਲਾਂ
ਦੇ ਲਈ ਉਹਨਾਂ ਨੂੰ ਮਿੱਟੀ ਦੇ ਵਿੱਚ ਨਾਈਟ੍ਰੋਜਨ ਖਾਦ ਦੇਣ ਦੀ ਬਹੁਤ ਜ਼ਰੂਰਤ ਨਹੀਂ ਪੈਂਦੀ, ਕਿਉਂ? ਕਿਉਂਕਿ ਤਾਂ ਰਾਈਜ਼ੋਬੀਅਮ ਪ੍ਰੈਜ਼ੈਂਟ ਹੈ ਨਾ। ਔਰ ਰਾਈਜ਼ੋਬੀਅਮ ਨੇ ਕਰਨਾ ਕਿ ਜਿਹੜੀ ਸਾਡੀ ਵਾਤਾਵਰਨ ਦੇ ਵਿੱਚ ਨਾਈਟ੍ਰੋਜਨ ਹੈ, ਜਿਹਨੂੰ ਆਪਾਂ ਐਟਮੋਸਫੇਰਿਕ ਨਾਈਟ੍ਰੋਜਨ ਬੋਲਦੇ ਹਾਂ, ਉਹਨਾਂ ਨੂੰ ਇਹਨੇ ਘੁਲਨਸ਼ੀਲ ਨਾਈਟ੍ਰੋਜਨ ਦੇ ਵਿੱਚ ਕਨਵਰਟ ਕਰਕੇ ਤੇ ਪਲਾਂਟਸ ਨੂੰ ਦੇ ਦੇਣਾ ਹੁੰਦਾ ਹੈ। ਸੋ ਇਸ ਅਧਿਆਇ ਵਿੱਚ ਅਸੀਂ ਪੜ੍ਹਿਆ ਕਿ ਸਵੈਪੋਸ਼ੀ ਕਿਹੜੇ ਹੁੰਦੇ ਨੇ ਜੀ, ਪਰਪੋਸ਼ੀ ਕਿਹੜੇ ਹੁੰਦੇ ਨੇ, ਪਰਜੀਵੀ ਆਪਾਂ ਕਿਹਨਾਂ ਨੂੰ ਬੋਲਦੇ ਹਾਂ, ਠੀਕ ਹੈ, ਬਿਕਸਪੋਸ਼ੀ ਕਿਹੜੇ ਹੁੰਦੇ ਨੇ। ਇਹ ਸਾਰੀਆਂ ਚੀਜ਼ਾਂ ਅਸੀਂ ਪੜ੍ਹ ਚੁੱਕੇ ਹਾਂ ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਪੂਰੇ ਤਰੀਕੇ ਦੇ ਨਾਲ ਇਹ ਸਮਝ ਵੀ ਆਈਆਂ ਹੋਣਗੀਆਂ। ਸੋ ਹੁਣ ਇਹ ਐਕਸਰਸਾਈਜ਼ ਦਾ ਜਿੰਮਾ ਮੈਂ ਤੁਹਾਡੇ 'ਤੇ ਸੌਂਪਦੀ ਹਾਂ। ਤੁਸੀਂ ਚੈਪਟਰ ਨੂੰ ਪੂਰੇ ਤਰੀਕੇ ਦੇ ਨਾਲ ਪੜ੍ਹਨਾ, ਆਪਣੇ ਫਰੈਂਡਸ ਨਾਲ ਡਿਸਕਸ ਕਰਨਾ, ਉਸ ਤੋਂ ਬਾਅਦ ਜਿਹੜੀ ਆ ਐਕਸਰਸਾਈਜ਼ ਨੂੰ ਸੋਲਵ ਕਰਕੇ ਮੈਨੂੰ ਸੈਂਡ ਕਰਨਾ, ਠੀਕ ਹੈ ਜੀ। ਆਲ ਦ ਵੈਰੀ ਬੈਸਟ।